ਕੰਪਿਊਟਰ ਵਿੱਚ ਮੈਮਰੀ ਦਾ ਮੁੱਖ ਉਦੇਸ਼ ਡਾਟਾ, ਇੰਸਟਰਕਸ਼ਨਸ ਜਾਂ ਇਨਫੋਰਮੇਸ਼ਨ ਨੂੰ ਸਟੋਰ ਕਰਨਾ ਹੁੰਦਾ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੀ ਮੈਮਰੀ ਹੁੰਦੀ ਹੈ, ਟੈਂਪਰੇਰੀ ਮੈਮਰੀ ਅਤੇ ਪਰਮਾਨੈਂਟ ਮੈਮਰੀ, ਯਾਨੀ ਕਿ ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਟੈਂਪਰੇਰੀ ਮੈਮਰੀ ਹੁੰਦੀ ਹੈ, ਵੋਲਾਟਾਈਲ ਹੁੰਦੀ ਹੈ। ਕੰਪਿਊਟਰ ਨੂੰ ਸਵਿਚ ਆਫ ਕਰਨ ਤੋਂ ਬਾਅਦ ਪ੍ਰਾਇਮਰੀ ਮੈਮਰੀ ਦੇ ਜਿਹੜੇ ਕੰਟੈਂਟ ਹੈ ਉਹ ਵਾਸ਼ ਆਊਟ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਤਾਂ ਸੈਕੰਡਰੀ ਮੈਮਰੀ ਜਿਹੜੀ ਹੈ ਪਰਮਾਨੈਂਟ ਮੈਮਰੀ ਹੁੰਦੀ ਹੈ। ਸੈਕੰਡਰੀ ਮੈਮਰੀ ਦੇ ਵਿੱਚ ਜਿਹੜੇ ਕੰਟੈਂਟ ਨੂੰ ਇੱਕ ਵਾਰ ਸੇਵ ਕਰ ਦਿੱਤਾ ਜਾਂਦਾ ਹੈ, ਸਟੋਰ ਕਰ ਲਿਆ ਜਾਂਦਾ ਹੈ, ਕੰਪਿਊਟਰ ਨੂੰ ਸਵਿਚ ਆਫ ਹੋਣ ਤੋਂ ਬਾਅਦ, ਕੰਪਿਊਟਰ ਬੰਦ ਹੋਣ ਤੋਂ ਬਾਅਦ ਉਹ ਕੰਟੈਂਟ ਜਿਹੜੇ ਹੈ ਉਹ ਬਰਕਰਾਰ ਰਹਿੰਦੇ ਹਨ। ਜਦੋਂ ਦੁਬਾਰਾ ਕੰਪਿਊਟਰ ਨੂੰ ਸਵਿਚ ਔਨ ਕੀਤਾ ਜਾਂਦਾ ਹੈ ਤਾਂ ਉਹ ਕੰਟੈਂਟ ਵਾਪਸ ਆ ਜਾਂਦੇ ਹਨ ਅਗਰ ਅਸੀਂ ਉਸ ਕੰਟੈਂਟ ਨੂੰ ਦੁਬਾਰਾ ਓਪਨ ਕਰਦੇ ਹਾਂ। ਪਰ ਪ੍ਰਾਇਮਰੀ ਮੈਮਰੀ ਦੇ ਵਿੱਚ ਅਜਿਹਾ ਨਹੀਂ ਹੁੰਦਾ। ਸਵਿਚ ਆਫ ਹੋਣ ਤੋਂ ਬਾਅਦ ਉਹ ਕੰਟੈਂਟ ਜਿਹੜੇ ਆ ਉਹ ਖਤਮ ਹੋ ਜਾਂਦੇ ਹਨ, ਦੁਬਾਰਾ ਪ੍ਰਾਪਤ ਸਾਨੂੰ ਨਹੀਂ ਹੁੰਦੇ। ਜੇਕਰ ਅਸੀਂ ਪ੍ਰਾਇਮਰੀ ਮੈਮਰੀ ਦੀ ਉਦਾਹਰਨ ਦੀ ਗੱਲ ਕਰੀਏ ਤਾਂ ਰੈਂਡਮ ਐਕਸੈਸ ਮੈਮਰੀ ਯਾਨੀ ਕਿ ਰੈਮ ਪ੍ਰਾਇਮਰੀ ਮੈਮਰੀ ਦੀ ਉਦਾਹਰਨ ਹੈ। ਇਹ ਇੱਕ ਸੈਮੀਕੰਡਕਟਰ ਮੈਮਰੀ ਹੁੰਦੀ ਹੈ ਜਿਹੜੀ ਮਦਰਬੋਰਡ ਦੇ ਵਿੱਚ ਇੱਕ ਸਾਡੇ ਕੋਲੇ ਐਡੀਸ਼ਨਲ ਸਲੋਟਸ ਜਿਹੜੀਆਂ ਮੈਮਰੀ ਸਲੋਟਸ ਜਿਹੜੀਆਂ ਹੁੰਦੀਆਂ ਹਨ ਉਹਦੇ ਵਿੱਚ ਇਹ ਲੱਗੀ ਹੁੰਦੀ ਹੈ। ਤਾਂ ਜਦੋਂ ਵੀ ਅਸੀਂ ਕੰਪਿਊਟਰ ਨੂੰ ਕੋਈ ਹਦਾਇਤ ਦਿੰਦੇ ਹਾਂ ਜਾਂ ਕੋਈ ਇਨਪੁਟ ਦਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਰੈਮ ਦੇ ਵਿੱਚ ਜਾਂਦੀ ਹੈ। ਰੈਮ ਦੇ ਵਿੱਚ ਹੀ ਪ੍ਰੋਸੈਸਰ ਦੁਆਰਾ ਉਸ ਕਮਾਂਡ ਦੇ ਉੱਤੇ, ਉਸ ਇਨਫੋਰਮੇਸ਼ਨ ਦੇ ਉੱਤੇ ਜਾਂ ਦਿੱਤੇ ਹੋਏ ਡਾਟੇ ਦੇ ਉੱਤੇ ਪ੍ਰੋਸੈਸਿੰਗ ਜਿਹੜੀ ਹੈ ਕੀਤੀ ਜਾਂਦੀ ਹੈ। ਤਾਂ ਰੈਮ ਜਿਹੜੀ ਹੈ ਪ੍ਰਾਇਮਰੀ ਮੈਮਰੀ ਦੇ ਤੌਰ 'ਤੇ ਸਾਡੇ ਕੰਪਿਊਟਰ ਦੇ ਵਿੱਚ ਕੰਮ ਕਰਦੀ ਹੈ। ਅਗਰ ਅਸੀਂ ਗੱਲ ਕਰੀਏ ਤਾਂ ਸੈਕੰਡਰੀ ਮੈਮਰੀ ਦੀ, ਸੈਕੰਡਰੀ ਮੈਮਰੀ ਦੇ ਵਿੱਚ ਸਾਡੇ ਕੋਲੇ ਰੋਮ ਜਿਹੜੀ ਹੁੰਦੀ ਹੈ ਉਹ ਸੈਕੰਡਰੀ ਮੈਮਰੀ ਦੇ ਤੌਰ 'ਤੇ ਕੰਮ ਕਰਦੀ ਹੈ। ਰੋਮ ਦੇ ਕੰਟੈਂਟ ਜਿਹੜੇ ਹੈ ਕੰਪਿਊਟਰ ਨੂੰ ਬੰਦ ਕਰਨ ਤੋਂ ਬਾਅਦ ਮਿਟਦੇ ਨਹੀਂ ਹਨ। ਰੋਮ ਦੀ ਫੁੱਲ ਫਾਰਮ ਜਿਹੜੀ ਹੁੰਦੀ ਹੈ ਰੀਡ ਓਨਲੀ ਮੈਮਰੀ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਰੈਮ ਦਾ ਕੁਝ ਹਿੱਸਾ ਹੀ ਰੋਮ ਦੇ ਤੌਰ 'ਤੇ ਸਾਡੇ ਕੋਲੇ ਕੰਮ ਕਰਦਾ ਹੈ। ਅਗਰ ਅਸੀਂ ਸੈਕੰਡਰੀ ਸਟੋਰੇਜ ਡਿਵਾਈਸਿਸ ਦੀ ਗੱਲ ਕਰੀਏ ਤਾਂ ਕਿਹੜੀ ਮੈਮਰੀ ਅਸੀਂ ਆਪਣੇ ਕੰਪਿਊਟਰ ਦੇ ਵਿੱਚ ਵਰਤਦੇ ਹਾਂ ਤਾਂ ਸਾਡੇ ਕੋਲੇ ਹਾਰਡ ਡਿਸਕ ਹੁੰਦੀ ਹੈ, CD ਹੁੰਦੀ ਹੈ, CD। ਉਸ ਤੋਂ ਬਾਅਦ ਸਾਡੇ ਕੋਲ DVD ਹੁੰਦੀ ਹੈ, ਡਿਜੀਟਲ ਵਰਸਟਾਈਲ ਡਿਸਕ। ਸਾਡੇ ਕੋਲੇ ਪੈਨ ਡਰਾਈਵਸ ਹੁੰਦੀਆਂ ਹਨ। ਤਾਂ ਇਹ ਸਾਰੀਆਂ ਡਿਵਾਈਸਿਸ ਜਿਹੜੀਆਂ ਸੈਕੰਡਰੀ ਮੈਮਰੀ ਦੇ ਤੌਰ 'ਤੇ ਕੰਮ ਕਰਦੀਆਂ ਹਨ। ਅਗਰ ਪੁਰਾਣੇ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਕੋਲੇ ਪੰਚ ਕਾਰਡ ਹੁੰਦੇ ਸੀ, ਮੈਗਨੈਟਿਕ ਟੇਪਸ ਹੁੰਦੀਆਂ ਸੀ, ਮੈਗਨੈਟਿਕ ਡਿਸਕ ਹੁੰਦੀਆਂ ਸੀ। ਇਹ ਸਾਰੀਆਂ ਜਿਹੜੀਆਂ ਡਿਵਾਈਸਿਸ ਸੀਗੀਆਂ ਉਹ ਸੈਕੰਡਰੀ ਮੈਮਰੀ ਦੇ ਤੌਰ 'ਤੇ ਕੰਮ ਕਰਦੀਆਂ ਸਨ। ਇੱਕ ਵਾਰ ਫਿਰ ਮੈਂ ਤੁਹਾਨੂੰ ਫ਼ਰਕ ਦੱਸਾਂ ਤਾਂ ਜਿਹੜੀ ਰੈਮ ਹੁੰਦੀ ਹੈ ਜਾਂ ਪ੍ਰਾਇਮਰੀ ਮੈਮਰੀ ਹੁੰਦੀ ਹੈ ਉਹ ਵੋਲਾਟਾਈਲ ਇਨ ਨੇਚਰ ਹੁੰਦੀ ਹੈ, ਯਾਨੀ ਕੰਪਿਊਟਰ ਸਵਿਚ ਆਫ ਹੋਣ ਤੋਂ ਬਾਅਦ ਉਸ ਦੇ ਕੰਟੈਂਟ ਜਿਹੜੇ ਵਾਸ਼ ਆਊਟ ਹੋ ਜਾਂਦੇ ਹਨ। ਦੂਜੇ ਪਾਸੇ ਸੈਕੰਡਰੀ ਮੈਮਰੀ ਦੇ ਜਿਹੜੇ ਕੰਟੈਂਟ ਹੈ ਉਹ ਕੰਪਿਊਟਰ ਸਵਿਚ ਆਫ ਹੋਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ। ਜਦੋਂ ਦੁਬਾਰਾ ਉਹਨਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਵਾਪਸ ਆ ਜਾਂਦੇ ਹਨ। ਤਾਂ ਇਸ ਤਰ੍ਹਾਂ ਸਾਡੇ ਕੋਲ ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੀ ਮੈਮਰੀ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਕਿ ਰੈਮ ਦਾ ਕੁਝ ਹਿੱਸਾ ਰੋਮ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਰੋਮ ਦਾ ਜਿਹੜਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ ਹੁੰਦਾ ਹੈ। ਅਤੇ ਰੋਮ ਇੱਕ ਸੈਮੀਕੰਡਕਟਰ ਸੈਕੰਡਰੀ ਮੈਮਰੀ ਦੇ ਤੌਰ 'ਤੇ ਕੰਮ ਕਰਦੀ ਹੈ, ਯਾਨੀ ਕਿ ਸੈਕੰਡਰੀ ਮੈਮਰੀ ਦੇ ਤੌਰ 'ਤੇ ਕੰਮ ਕਰਦੀ ਹੈ। ਇਸ ਦੇ ਕੰਟੈਂਟ ਜਿਹੜੇ ਹੈ ਵਾਸ਼ ਆਊਟ ਨਹੀਂ ਹੁੰਦੇ। ਪਰ ਰੋਮ ਜਿਹੜੀ ਹੈ ਸੈਕੰਡਰੀ ਮੈਮਰੀ ਨਹੀਂ ਹੁੰਦੀ। ਰੋਮ ਦੇ ਵਿੱਚ ਕੁਝ ਸਪੈਸ਼ਲ ਪ੍ਰੋਗਰਾਮ ਲਿਖੇ ਜਾਂਦੇ ਹਨ ਜਿਹੜੇ ਕਿ ਕੰਪਿਊਟਰ ਨੂੰ ਚੱਲਣ ਦੇ ਵਿੱਚ ਸਹਾਈ ਹੁੰਦੇ ਹਨ, ਯਾਨੀ ਕਿ ਰੋਮ ਦੇ ਵਿੱਚ ਕੁਝ ਸਿਸਟਮ ਪ੍ਰੋਗਰਾਮ ਲਿਖੇ ਹੁੰਦੇ ਹਨ। ਰੋਮ ਦੇ ਵਿੱਚ ਸਾਡੇ ਕੋਲੇ ਬਾਇਓਸ ਹੁੰਦਾ ਹੈ, ਬੂਟਸਟ੍ਰੈਪ ਹੁੰਦਾ ਹੈ। ਬੂਟਸਟ੍ਰੈਪ ਇੱਕ ਅਜਿਹਾ ਸਿਸਟਮ ਪ੍ਰੋਗਰਾਮ ਹੁੰਦਾ ਹੈ ਜਦੋਂ ਅਸੀਂ ਕੰਪਿਊਟਰ ਨੂੰ ਸਵਿਚ ਔਨ ਕਰਦੇ ਹਾਂ, ਯਾਨੀ ਬੂਟਿੰਗ ਜਦੋਂ ਹੁੰਦੀ ਹੈ ਤਾਂ ਆਪਰੇਟਿੰਗ ਸਿਸਟਮ ਦਾ ਜਿਹੜਾ ਸਟਾਰਟਿੰਗ ਐਡਰੈਸ ਹੁੰਦਾ ਹੈ ਉਹ ਰੋਮ ਦੇ ਵਿੱਚ ਸਟੋਰ ਹੁੰਦਾ, ਜਿੱਥੋਂ ਆਪਰੇਟਿੰਗ ਸਿਸਟਮ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਆਪਰੇਟਿੰਗ ਸਿਸਟਮ ਸੈਕੰਡਰੀ ਮੈਮਰੀ ਦੇ ਵਿੱਚ ਕਿੱਥੇ ਪਿਆ ਹੈ ਅਤੇ ਉਸ ਨੂੰ ਮੇਨ ਮੈਮਰੀ ਦੇ ਵਿੱਚ ਲੋਡ ਕਰ ਦਿੱਤਾ ਜਾਂਦਾ ਹੈ ਅਤੇ ਕੰਪਿਊਟਰ ਪੂਰੀ ਤਰ੍ਹਾਂ ਸਟਾਰਟ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਰੋਮ ਦੇ ਵਿੱਚ ਕੁਝ ਸਪੈਸ਼ਲ ਪ੍ਰੋਗਰਾਮ ਰੱਖੇ ਜਾਂਦੇ ਹਨ ਜਿਹੜੇ ਕੰਪਿਊਟਰ ਨੂੰ ਚੱਲਣ ਦੇ ਵਿੱਚ ਸਹਾਈ ਹੁੰਦੇ ਹਨ ਜਾਂ ਕੰਪਿਊਟਰ ਨੂੰ ਸਟਾਰਟਿੰਗ ਕੰਡੀਸ਼ਨ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਸਹਾਈ ਹੁੰਦੇ ਹਨ। ਤਾਂ ਰੋਮ ਇੱਕ ਸੈਕੰਡਰੀ ਮੈਮਰੀ ਹੁੰਦੀ ਹੈ, ਪਰ ਇਹ ਪੂਰੀ ਤਰ੍ਹਾਂ ਸੈਕੰਡਰੀ ਮੈਮਰੀ ਇਸ ਨੂੰ ਨਹੀਂ ਕਿਹਾ ਜਾ ਸਕਦਾ। ਪਰ ਰੋਮ ਦੇ ਵਿੱਚ ਕੁਝ ਸਪੈਸ਼ਲ ਪ੍ਰੋਗਰਾਮ ਰੱਖੇ ਜਾਂਦੇ ਹਨ। ਸੈਕੰਡਰੀ ਮੈਮਰੀ ਅਜਿਹੀਆਂ ਡਿਵਾਈਸਿਸ ਹੁੰਦੀਆਂ ਹਨ ਜਿਹੜੀਆਂ ਕਿ ਸਾਨੂੰ ਕੁਝ ਡਾਟਾ ਪਰਮਾਨੈਂਟਲੀ ਕੰਪਿਊਟਰ ਦੇ ਵਿੱਚ ਫਿਊਚਰ ਰਿਕਾਰਡ ਵਾਸਤੇ ਸਟੋਰ ਕਰਕੇ ਰੱਖਣ ਵਾਸਤੇ ਕੰਮ ਆਉਂਦੇ ਹਨ। ਸੈਕੰਡਰੀ ਮੈਮਰੀ ਦੇ ਵਿੱਚ ਇੱਕ ਵਾਰ ਫਿਰ ਦੱਸਾਂ, ਹਾਰਡ ਡਿਸਕ ਹੁੰਦੀ ਹੈ, DVD ਹੁੰਦੀ ਹੈ, CD ਹੁੰਦੀ ਹੈ, ਫਲੋਪੀ ਡਿਸਕ ਹੁੰਦੀ ਹੈ, ਮੈਗਨੈਟਿਕ ਡਿਸਕ ਹੁੰਦੀ ਹੈ, ਮੈਗਨੈਟਿਕ ਟੇਪ ਹੁੰਦੀ ਹੈ, ਪੈਨ ਡਰਾਈਵਸ ਹੁੰਦੀਆਂ ਹਨ। ਅਜਿਹੀਆਂ ਡਿਵਾਈਸਿਸ ਜਿਹੜੀਆਂ ਸਾਡੇ ਕੰਪਿਊਟਰ ਦੇ ਨਾਲ ਜੁੜੀਆਂ ਹੁੰਦੀਆਂ ਹਨ। ਅਤੇ ਪ੍ਰਾਇਮਰੀ ਮੈਮਰੀ ਦੇ ਵਿੱਚ ਸਾਡੇ ਕੋਲ ਰੈਮ ਹੁੰਦੀ ਹੈ, ਰੈਂਡਮ ਐਕਸੈਸ ਮੈਮਰੀ, ਜਿਹੜੀ ਕਿ ਵੋਲਾਟਾਈਲ ਹੁੰਦੀ ਹੈ। ਸੈਕੰਡਰੀ ਮੈਮਰੀ ਨਾਨ ਵੋਲਾਟਾਈਲ ਹੁੰਦੀ ਹੈ। ਤਾਂ ਇਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਸੈਕੰਡਰੀ ਮੈਮਰੀ ਦਾ ਕੀ ਉਦੇਸ਼ ਹੁੰਦਾ ਹੈ ਅਤੇ ਪ੍ਰਾਇਮਰੀ ਮੈਮਰੀ ਦਾ ਕੀ ਉਦੇਸ਼ ਹੁੰਦਾ ਹੈ। ਧੰਨਵਾਦ।